ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚਾ ਸਿੱਖ ਪੰਥ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਮਨਾ ਰਿਹਾ ਹੈ। ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦੇ ਲਈ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਪ੍ਰਬੰਧ ਗੁਰੂ ਘਰ ਵਿੱਚ ਗੁਰ ਕੇ ਸਿੱਖਾਂ ਦੇ ਹੱਥਾਂ ਵਿੱਚ ਲਿਆਂਦਾ। ਸੋ ਸਾਡੇ ਨਾਲ ਮੌਜੂਦ ਨੇ ਇਸ ਵਕਤ ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਚਸ਼ਮਦੀਦ ਅਤੇ ਜਿੰਦਾ ਸ਼ਹੀਦ ਜਥੇਦਾਰ ਗਿਆਨੀ ਨਿਹਾਲ ਸਿੰਘ ਜੀ, ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲੇ। ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਉਹ ਇਸ ਸਾਕੇ ਬਾਰੇ ਜਿਹੜੇ ਉਸ ਵੇਲੇ ਉਹਨਾਂ ਨੇ ਅੱਖੀ ਡਿੱਠਾ ਬਰਤਾਂਤ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪਿੰਡੇ 'ਤੇ ਇਹ ਸਾਕਾ ਹੰਡਾਇਆ ਹੈ, ਆਪਣੇ ਪਿੰਡੇ 'ਤੇ ਗੋਲੀਆਂ ਖਾਧੀਆਂ ਅਤੇ ਉਸ ਤੋਂ ਬਾਅਦ ਵੀ ਬੜਾ ਸੰਘਰਸ਼ ਕੀਤਾ। ਉਹਨਾਂ ਦੇ ਜੀਵਨ ਬਾਰੇ ਉਹ ਆਪ ਜੀ ਨਾਲ ਸਾਂਝ ਪਾਉਣਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਬਾਬਾ ਜੀ, ਉਸ ਵੇਲੇ ਕਿੱਦਾਂ ਦਾ ਮਾਹੌਲ ਸੀ ਜਦੋਂ ਤਰਨਾ ਦਲ ਵੱਲੋਂ ਤਿਆਰੀ ਕੀਤੀ ਗਈ ਕਿ ਅਸੀਂ ਸ੍ਰੀ ਪਾਉਂਟਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਅਤੇ ਗੁਰੂ ਕੀ ਸੰਗਤ ਦੇ ਹੱਥਾਂ ਵਿੱਚ ਲੈ ਕੇ ਆਉਣਾ ਜੀ? ਜਦੋਂ ਪਾਉਂਟੇ ਸਾਹਿਬ ਦੇ ਇਲਾਕੇ ਦੇ ਪਤਵੰਤੇ ਸੱਜਣ ਆਏ, ਗੁਰਦੁਆਰਾ ਹਰੀਆਂ ਵੇਲਾਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦਾ ਜੋ ਹੈੱਡ ਕੁਆਟਰ ਆ, ਉਹਨਾਂ ਦੇ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ ਕੋਲ ਉਸ ਵੇਲੇ ਵੀ 21.5 ਸਾਲ ਦੀ ਉਮਰ ਸੀ ਤਕਰੀਬਨ ਦਾਸ ਦੀ। ਉਸ ਵੇਲੇ ਬਾਬਾ ਜੀ ਦੀ ਹਜ਼ੂਰੀ 'ਚ ਹਾਜ਼ਰ ਸੀ। ਜਦੋਂ ਉਹਨਾਂ ਨੇ ਸਾਰਾ ਦੱਸਿਆ ਵੀ ਕਲਗੀਧਰ ਪਿਤਾ ਜੀ ਦੇ ਪਵਿੱਤਰ ਸਥਾਨ ਦੀ ਇੰਨੀ ਉੱਥੇ ਕੁਰੀਤੀਆਂ ਹੋ ਰਹੀਆਂ, ਮਨਮਤ ਹੋ ਰਹੀ ਆ, ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨ ਦੀ ਪਵਿੱਤਰਤਾ ਭੰਗ ਹੋ ਗਈ ਅਤੇ ਤੁਸੀਂ ਗੁਰੂ ਕੀ ਫੌਜ ਆ ਅਤੇ ਫੌਜ ਦਾ ਕੰਮ ਆ ਪਹਿਰਾ ਦੇਣਾ, ਅਤੇ ਤੁਸੀਂ ਚਲੋ ਅਤੇ ਜਾਂ ਚੱਲ ਕੇ ਉੱਥੋਂ ਦਾ ਪ੍ਰਬੰਧ ਠੀਕ ਕਰੋ ਅਤੇ ਉਹ ਗੁਰਧਾਮ ਨੂੰ ਪਤਨ ਮਹੰਤ ਕੋਲੋਂ ਆਜ਼ਾਦ ਕਰਵਾਓ। ਜਦੋਂ ਸਾਰੇ ਬਚਨ ਕੀਤੇ ਉਹਨਾਂ ਨੇ, ਬਸਾਰ ਲਾਲ ਸਿੰਘਾਂ ਨੇ ਇਲਾਕੇ 'ਚੋਂ ਜਿਹੜੇ ਪਦਵੰਤੇ ਮੁਖੀ ਆਏ ਸੀ, ਸਰਦਾਰ ਦਸੌਂਧਾ ਸਿੰਘ ਜੀ ਜੈਲਦਾਰ ਸਾਹਿਬ, ਸਰਦਾਰ ਸੰਤਾ ਸਿੰਘ ਜੀ, ਸਰਦਾਰ ਰਤਨ ਸਿੰਘ ਜੀ, ਸਰਦਾਰ ਸੇਵਾ ਸਿੰਘ ਜੀ, ਸਰਦਾਰ ਤਾਰਾ ਸਿੰਘ ਜੀ, ਸਰਦਾਰ ਸ਼ੇਰ ਸਿੰਘ ਜੀ ਕੈਪਟਨ ਸਾਹਿਬ, ਇਹ ਸਾਰੇ ਮੁਖੀ ਸੱਜਣ ਸੀ। ਅਤੇ ਬਾਬਾ ਜੀ ਨੇ ਫਿਰ ਸਾਰਾ ਬਚਨ ਸੁਣ ਕੇ ਤਾਂ ਬਹੁਤ ਭਾਵਪੂਰਤ ਸ਼ਬਦਾਂ ਵਿੱਚ ਕਹਿਣ ਲੱਗੇ, ਕਹਿੰਦੇ ਸਿੰਘੋ, ਖਾਲਸਾ ਪੰਥ ਹਜੇ ਜੀਣਾ ਜਾਗਦਾ ਆ, ਤੁਸੀਂ ਕੋਈ ਫਿਕਰ ਨਾ ਕਰੋ, ਅਸੀਂ ਆਵਾਂਗੇ ਜ਼ਰੂਰ। ਗੁਰੂ ਸਾਹਿਬ ਜੀ ਦਾ ਹੁਕਮ ਲੈ ਕੇ ਤੁਸੀਂ ਨਿਰਾਸ਼ ਨਹੀਂ ਹੋਣਾ। ਫਿਰ ਉਹ ਵਾਪਸ ਚਲੇ ਗਏ ਅਤੇ ਸਾਨੂੰ 1964 ਦਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਬਣਾ ਕੇ ਗੁਰੂ ਸਾਹਿਬ ਅਗਲੇ ਦਿਨ ਬਾਬਾ ਜੀ ਨੇ ਸਾਰੇ ਸਿੰਘਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਇਕੱਠੇ ਕਰਕੇ ਕਹਿਣ ਲੱਗੇ, ਸਿੰਘੋ, ਕਲਗੀਧਰ ਪਿਤਾ ਜੀ ਦੇ ਪਵਿੱਤਰ ਸਥਾਨ ਦੀ ਘੋਰ ਬੇਅਦਬੀ ਹੋ ਰਹੀ ਹੈ, ਉੱਥੇ ਆਪਾਂ ਨੂੰ ਜਾਣਾ ਪੈਣਾ। ਸਾਰੇ ਸਿੰਘਾਂ ਨੇ ਜੈਕਾਰਾ ਗਜਾ ਕੇ ਪ੍ਰਵਾਨਗੀ ਦਿੱਤੀ। ਬਾਬਾ ਜੀ ਕਹਿਣ ਲੱਗੇ, ਇੱਕ ਗੱਲ ਹੋਰ ਧਿਆਨ ਨਾਲ ਸੁਣੋ, ਉੱਥੇ ਕੁਰਬਾਨੀਆਂ ਦੇਣੀਆਂ ਪੈਣੀਆਂ, ਸਿਰ ਦੇਣੇ ਪੈਣੇ, ਉੱਥੇ ਕੋਈ ਖੀਰ ਕੜਾਹ ਪ੍ਰਸ਼ਾਦ ਛਕਣ ਵਾਸਤੇ ਨਹੀਂ ਮਿਲਣਾ। ਜਿਹਨੂੰ ਮੌਤ ਤੋਂ ਡਰ ਲੱਗਦਾ ਭੈ ਉਹਦਾ, ਉਹ ਇੱਥੇ ਰਹਿ ਜਾਓ, ਜਿਹਨੇ ਉਹ ਸਿਰ ਦੇਣਾ ਉੱਥੇ ਕੁਰਬਾਨੀ ਦੇਣੀ ਆ, ਉਹ ਤਿਆਰ ਹੋਵੋ। ਇੱਕ ਵੀ ਸਿੰਘ ਵਿੱਚੋਂ ਥਿੜਕਿਆ ਨਹੀਂ। ਕੁਝ ਸਿੰਘ ਸੀਗੇ ਜਿਹਨਾਂ ਨੂੰ ਬਾਬਾ ਜੀ ਨੇ ਆਪੇ ਕਹਿ ਦਿੱਤਾ ਤੁਸੀਂ ਜਾ ਕੇ ਪਿਛਲਾ ਪ੍ਰਬੰਧ ਸਾਰਾ ਦੇਖਣਾ। ਜਥੇਬੰਦ 38 ਸਿੰਘ ਅਤੇ 38 ਘੋੜੇ, 4 ਗੱਡੇ, ਬੈਲ ਗੱਡੇ ਸੀ ਉਦੋਂ। ਸਾਡੇ ਕੋਲ ਕੋਈ ਜੀਪ ਨਹੀਂ ਸੀ, ਕਾਰ ਨਹੀਂ ਸੀ, ਕੋਈ ਅਸਲਾ ਵਗੈਰਾ ਨਹੀਂ ਸੀ, ਰਵਾਇਤੀ ਹਥਿਆਰ ਸੀ। ਅਤੇ ਸ੍ਰੀ ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਗੁਰਧਾਮ ਨੂੰ ਆਜ਼ਾਦ ਕਰਾਉਣ ਵਾਸਤੇ ਤਿਆਰੀ ਕਬਰ ਕਸੇ ਸਜਾਏ ਹੈ, ਤੁਸੀਂ ਸਾਡੇ 'ਤੇ ਕਿਰਪਾ ਰੱਖਣੀ, ਅਸੀਂ ਮੌਤ ਤੋਂ ਭੈਭੀਤ ਨਾ ਹੋਈਏ, ਕਿਸੇ ਲਾਲਚ ਵਿੱਚ ਨਾ ਆਈਏ, ਸਾਡੇ ਪੈਰ ਪਿਛਾਂ ਨੂੰ ਨਾ ਮੁੜਨ। ਤਿਆਰੀ ਕਰਕੇ ਪਹਿਲਾ ਪੜਾਅ ਭੱਠਾ ਸਾਹਿਬ, ਦੂਜਾ ਡੇਰਾਬੱਸੀ, ਤੀਸਰਾ ਫਿਰ ਜਾ ਕੇ ਰਾਣੀ ਰਾਏਪੁਰ, ਅਤੇ ਚੌਥਾ ਪੜਾਅ ਜਿਹੜਾ ਸੀ ਉਹ ਆਪਣੇ ਨਰੈਣਗੜ੍ਹ ਅਤੇ ਜਿੱਥੇ ਗੁਰੂ ਸਾਹਿਬ ਜੀ ਨੇ ਟੋਕਾ ਸਾਹਿਬ ਸਥਾਨ 'ਤੇ ਕੀਤਾ, ਉੱਥੋਂ ਜਾ ਕੇ ਫਿਰ ਮਹੰਤ ਨੂੰ ਪਤਾ ਲੱਗ ਗਿਆ। ਬਹੁਤ ਭਾਰੀਆਂ ਰੁਕਾਵਟਾਂ ਰਾਹ 'ਤੇ ਖੜੀਆਂ ਕੀਤੀਆਂ, ਜਿੱਥੇ ਬੈਰੀਅਰ ਪੈਂਦਾ ਕਾਲੇ ਅੰਬ ਦਾ, 2-2.5 ਘੰਟੇ ਫੌਜ ਨੂੰ ਰੋਕ ਛੱਡਿਆ, ਤੁਸੀਂ ਅੱਗੇ ਨਹੀਂ ਜਾ ਸਕਦੇ। ਮਹੰਤ ਨੇ ਪੁੱਠੀਆਂ ਸਿੱਧੀਆਂ ਲਿਖ ਕੇ ਜਿਹੜਾ ਸੀ ਉਹ ਦਰਖਾਸਤਾਂ ਦਿੱਤੀਆਂ ਸੀ, ਇਹ ਸ਼ਸਤਰਧਾਰੀ ਫੌਜ ਆ, ਲੁੱਟ ਲੈਂਦੇ ਆ, ਪੱਠੇ ਬੰਨ੍ਹ ਲੈਂਦੇ ਆ, ਲੋਕਾਂ ਨੂੰ ਮਾਰ ਦਿੰਦੇ ਆ। ਜਦੋਂ ਸਾਰੀਆਂ ਗੱਲਾਂ ਬਾਤਾਂ ਹੋਈਆਂ, ਦਾਸ ਦਾ ਮੋਹਰੇ ਸੀ ਘੋੜਾ, ਉਸ ਵੇਲੇ ਨਗਾਰਿਆਂ ਦਾ ਪਹਿਰਾ ਸੀ, ਬਾਬਾ ਜੀ ਦੀ ਸੇਵਾ ਦਾ ਵੀ ਪਹਿਰਾ ਸੀ, ਅਤੇ ਅਫਸਰ ਸਾਹਿਬਾਨ ਖੜ੍ਹੇ ਸੀ, DC ਖੜ੍ਹਾ ਸੀ, SSP ਖੜ੍ਹਾ ਸੀ, ਹੋਰ ਥੱਲੇ ਸਾਰੇ ਖੜ੍ਹੇ ਸੀ। ਸਾਨੂੰ ਉੱਤੋਂ ਹੁਕਮ ਆਇਆ ਜੀ, ਆਏਗਾ ਹੁਕਮ ਤਾਂ ਤੁਹਾਨੂੰ ਆਇਆ ਵੀ ਦੱਸੋ ਅਸੀਂ ਕਿਸੇ ਦੇ ਪੱਠੇ ਵੱਢੇ, ਕਿਸੇ ਕੋਈ ਵੱਢ ਟੁੱਕ ਕੀਤੀ ਆ, ਕਿਸੇ ਦਾ ਕੋਈ ਨੁਕਸਾਨ ਕੀਤਾ ਤਾਂ ਦੱਸੋ। ਉਹ ਜਾਣਬੁੱਝ ਕੇ ਬਹਾਨੇ ਬਣਾਏ ਜਾ ਰਹੇ ਸੀ ਤਾਂ ਜੋ ਜਿਹੜੀ ਸੇਵਾਵਾਂ ਰੋਕੀਆਂ ਜਾ। 2-2.5 ਦੀ ਜਦੋਂ ਗੱਲਬਾਤ ਤੋਂ ਬਾਅਦ
ਫਿਰ ਸਾਨੂੰ ਉਹਨਾਂ ਨੇ ਖੋਲ੍ਹ ਦਿੱਤਾ ਸੀ, ਚਲ ਗਿਆ ਗਾਹਾਂ ਪੜਾ ਕੀਤਾ ਜਾ ਕੇ ਇੱਕ ਸਥਾਨ ਸੀ, ਉਤਰ ਕੇ ਪਹਾੜੀ ਤੋਂ ਫਿਰ ਇੱਕ ਪੁਰਵਾਲ ਨਗਰ 'ਚ ਗਏ। ਉੱਥੇ ਰਾਤ ਦੇ 11 ਵਜੇ ਉਹਨਾਂ ਨੇ ਚਾਰਜ ਫੇਰੀ ਘੇਰਾ ਪਾ ਕੇ ਤੇ ਐਸਐਸਪੀ ਤੇ ਡੀਐਸਪੀ ਤੇ ਐਸਡੀਐਮ ਇਹ 3 ਅਫਸਰ ਸਾਹਿਬਾਨ ਪੂਰੀ ਫੋਰਸ ਲੈ ਕੇ ਤੇ ਰਾਤ ਦੇ 11 ਵਜੇ ਆਏ ਬਾਬਾ ਜੀ ਕੋਲ ਤੇ ਕਹਿਣ ਲੱਗੇ ਵੀ ਤੁਸੀਂ ਪੌਂਡੇ ਸਾਹਿਬ ਨਾਲ ਜਾਓ, 5-6 ਲੱਖ ਰੁਪਈਆ ਇਹ ਰਸ ਜਿੰਨੀ ਕਹੋ ਇੱਥੇ ਤੁਹਾਨੂੰ ਲਿਆ ਕੇ ਦੇ ਦਿੰਦੇ ਹਾਂ, ਵਾਪਸ ਚਲੇ ਜਾਓ। ਉੱਥੇ ਬੜਾ ਭਾਰੀ ਕਲੇਸ਼ ਹੋਊਗਾ ਜੀ। ਬਾਬਾ ਜੀ ਕਹਿਣ ਲੱਗੇ ਅਸੀਂ ਰਸ ਲੈਣ ਨਹੀਂ ਆਏ, ਪੈਸੇ ਲੈਣ ਨਹੀਂ ਆਏ, ਅਸੀਂ ਤਾਂ ਗੁਰਧਾਮ ਦੇ ਦਰਸ਼ਨ ਕਰਨ ਵਾਸਤੇ ਆਏ ਆ, ਅਰਦਾਸ ਕਰਕੇ ਤੁਰੇ, ਅਸੀਂ ਪਿਛਾ ਨਹੀਂ ਮੁੜਨਾ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਵਾਪਸ ਚਲੇ ਗਏ। ਉਹਨਾਂ ਨੇ ਮਹੰਤ ਨੂੰ ਜਾ ਕੇ ਦੱਸ ਦਿੱਤਾ ਵੀ ਉਹਨਾਂ ਨੇ ਆਉਣਾ ਜ਼ਰੂਰ ਆ। ਫਿਰ ਉਹਨਾਂ ਨੇ ਕਿਹਾ ਭਈ ਚਲੋ ਮੇਰੀ ਮਦਦ ਕਰੋ ਜਿੱਦਾਂ ਵੀ ਹੋ ਸਕਦਾ, ਤੇ ਉਹ ਅੰਦਰ ਡੇੜੀ ਦੇ ਅੰਦਰ ਨਾ ਪ੍ਰਵੇਸ਼ ਕਰਨ। ਤੇ ਜਦੋਂ ਪੁਰਵਾਲ ਤੋਂ 4.5 ਮੀਲ 5 ਮੀਲ ਉੱਥੋਂ ਨਗਰ ਆ, ਚਾਲਾ ਪਾਇਆ, ਘੋੜਿਆਂ 'ਤੇ ਸਵਾਰ ਸੀ। ਤੇ ਜਦੋਂ ਬਾਜ਼ਾਰ ਦੇ ਵਿੱਚ ਦੀ ਹੋ ਕੇ ਸਿੱਧਾ ਮੂੰਹ ਕੀਤਾ ਉੱਧਰੋਂ, ਘੋੜਿਆਂ ਦਾ ਪਤਾ ਨਹੀਂ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਸਰਪੱਟ ਘੋੜੇ ਦੌੜ ਪਏ ਤਾਂ 60-70 ਬੰਦੇ ਲੈ ਕੇ ਮਹੰਤ ਦਾ ਪਰਿਵਾਰ ਡੇੜੀ 'ਚ ਖੜੇ ਸੀ ਰੋਕਣ ਲਈ ਵੀ ਅੰਦਰ ਨਾ ਪ੍ਰਵੇਸ਼ ਕਰਨ। ਉਹਨਾਂ ਦੀ ਕੋਈ ਬਾਹ ਪੇਸ਼ ਨਹੀਂ ਗਏ, ਅੰਦਰ ਚਲੇ ਗਏ। 4 ਦਿਨ 4 ਰਾਤਾਂ ਨਾ ਘੋੜਿਆਂ ਨੂੰ ਪੱਠੇ ਪਾਏ ਜੀ, ਨਾ ਜਲ ਪਾਣੀ ਪ੍ਰਸ਼ਾਦ ਛਕਿਆ, ਨਾ ਲੰਗਰ ਤਿਆਰ ਕੀਤਾ। ਇਸ਼ਨਾਨ ਕਰਕੇ ਬਾਣੀ ਪੜ੍ਹੀ ਗਏ ਸੀ, ਮਹੰਤ ਭੱਜ ਗਿਆ ਜੀ। ਉਹ ਮਹੰਤ ਡਰ ਕੇ ਪਹਿਲਾਂ ਚਲਿਆ ਗਿਆ ਸੀ। ਉਹ ਆਪਣਾ ਪ੍ਰਬੰਧ ਕਰ ਲਏ ਵੀ ਅੰਦਰ ਆ ਗਿਆ, ਇਹਨਾਂ ਨੂੰ ਅੰਦਰੋਂ ਕਿਸੇ ਤਰ੍ਹਾਂ ਕੱਢੀਏ। ਬਾਹਰ ਉੱਤੇ ਤੱਕ ਪਹੁੰਚ ਕਰਦਾ ਰਿਹਾ ਜੀ। ਤੇ 4 ਦਿਨਾਂ ਤੋਂ ਬਾਅਦ ਫਿਰ ਬਾਬਾ ਜੀ ਨੇ ਸਿੰਘਾਂ ਨੂੰ ਕਿਹਾ, ਸੰਗਤ ਨੇ ਦੇਖਿਆ ਤੇ ਸੰਗਤ ਨੇ ਲਿਆ ਕੇ ਰਸਤਾ ਮਸਤਾ ਹਾਜ਼ਰ ਕੀਤੀਆਂ, ਘੋੜੇ ਲਈ ਪੱਠਾ ਦੱਥਾ ਲਿਆ ਕੇ ਹਾਜ਼ਰ ਕੀਤਾ। ਲੰਗਰ ਤਿਆਰ ਹੋਇਆ। ਫਿਰ ਬਾਬਾ ਜੀ ਨੇ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ ਕਹਿਣ ਲੱਗੇ ਭਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰੀਏ, ਗੁਰਬਾਣੀ ਦਾ ਜਾਪ ਕਰੀਏ। ਇਹ ਤਾਂ ਬਹੁਤ ਗੁਰੂ ਘਰ ਦੀ ਘੋਰ ਬੇਅਦਬੀ ਮਹੰਤ ਕਰਦਾ ਰਿਹਾ, ਇੱਥੇ ਦੀ ਪਵਿੱਤਰਤਾ ਕਾਇਮ ਕਰਨ ਲਈ ਆਪਾਂ ਨੂੰ ਸ਼ਾਂਤਮਈ ਰਹਿ ਕੇ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ। ਫਿਰ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋ ਗਈ ਤੇ ਇੱਕ ਰੋਜ਼ ਭੋਗ ਪੈਂਦਾ ਸੀ 30 ਦਿਨ, ਤੇ 30 ਦਿਨ ਨਾਲ ਹੀ ਆਰੰਭ ਕਰ ਦਿੱਤਾ ਜਾਂਦਾ ਸੀ। ਧੂਪ ਦੀਪ ਕੁੰਭ ਜੋਤ ਜਪਜੀ ਸਾਹਿਬ ਸਮੇਤ ਪੁਰਾਤਨ ਮਰਜ਼ਾਦਾ ਅਨੁਸਾਰ ਅਖੰਡ ਪਾਠ ਆਰੰਭ ਹੁੰਦੇ ਸੀ। ਅੱਜ ਦੇ ਦਿਨ 22 ਅਖੰਡ ਪਾਠਾਂ ਦੇ ਭੋਗ ਪੈ ਗਏ ਸੀ, 23ਵਾਂ ਆਰੰਭ ਹੋਇਆ ਸੀ। ਤੇ ਅਚਨਚੇਤ ਬਾਬਾ ਜੀ ਨੂੰ ਮੀਟਿੰਗ ਦੇ ਬਹਾਨੇ, ਅੱਗੇ ਪਹਿਲਾਂ ਵੀ ਕਈ ਵਾਰੀ ਮੀਟਿੰਗਾਂ ਮਹੰਤ ਨਾਲ ਹੋਈਆਂ, ਉਹ ਇਹ ਕਹਿੰਦਾ ਰਹਿੰਦਾ ਸੀ ਵੀ ਇੱਥੇ ਕਿਸੇ ਦਾ ਕੋਈ ਦਖਲ ਅੰਦਾਜ਼ੀ ਨਹੀਂ, ਇਹ ਮੈਂ ਮਾਲਕ ਆ, ਮੈਂ ਜੋ ਮਰਜ਼ੀ ਇੱਥੇ ਕਰਾਂ, ਮੈਨੂੰ ਕੋਈ ਨਹੀਂ ਰੋਕ ਸਕਦਾ। ਬਾਬਾ ਜੀ ਕਹਿੰਦੇ ਸੀ ਤੇਰਾ ਘਰ ਨਹੀਂ, ਖਾਲਸੇ ਪੰਥ ਦਾ ਘਰ ਆ, ਇਤਿਹਾਸਕ ਸਥਾਨ ਆ ਇੱਥੇ। ਬਿਲਕੁਲ ਜੀ, ਉਹਨਾਂ ਨੇ ਆਪਣੇ ਆਪ ਨੂੰ ਮਲਕੀਅਤ ਉਹਨਾਂ ਨੇ ਸਮਝੀ, ਤਾਂ ਹੀ ਮਹੰਤਾਂ ਨੇ ਗੁਰੂ ਘਰਾਂ ਦੀ ਬੇਅਦਬੀ ਕੀਤੀ ਜੀ। ਇੱਥੇ ਆ ਕੇ ਗੱਲ ਟੁੱਟ ਜਾਂਦੀ ਸੀ ਤੇ ਬਾਬਾ ਜੀ ਨੂੰ ਮੀਟਿੰਗ ਦੇ ਬਹਾਨੇ ਬੁਲਾ ਕੇ ਤੇ ਬਾਕੀ ਦਰਬਾਰ ਨੂੰ ਘੇਰਾ ਪਾ ਕੇ ਦਿਨ ਦੇ 11:30 ਵਜੇ ਦਾ ਟਾਈਮ ਸੀ ਅੱਜ 22 ਵਾਲੇ ਦਿਨ। ਤੇ ਤਕਰੀਬਨ 5-6 ਹਜ਼ਾਰ ਦੇ ਕਰੀਬ ਪੁਲਿਸ ਫੋਰਸ ਹੋਣੀ ਹੈ ਤੇ ਕੁਝ ਸਿੰਘ ਅੰਦਰ ਅਖੰਡ ਪਾਠ ਸਾਹਿਬ ਰੋਲ ਲਾਉਂਦੇ ਸੀ, ਕੋਈ ਜਪਜੀ ਸਾਹਿਬ ਪੜ੍ਹਦਾ ਸੀ, ਧੂਪ ਪਾਉਂਦਾ ਸੀ, ਕੋਈ ਲੰਗਰ ਪਕਾਉਂਦੇ ਸੀ। ਤਿਆਰ ਹੋ ਗਿਆ ਸੀ, ਲੰਗਰ ਛਕਿਆ ਕਿਸੇ ਨੇ ਸੀ। ਕੋਈ ਸਿੰਘ ਬਾਹਰ ਬਾਣੀ ਪੜ੍ਹਦੇ ਸੀ, ਕੋਈ ਘੋੜਿਆਂ ਨੂੰ ਜਲ ਛਕਾਉਂਦਾ ਸੀ। ਅਚਨਚੇਤ ਛਾਪਾ ਮਾਰ ਕੇ ਬਾਹਰ ਜਿਹੜੇ ਸਿੰਘ ਸੀ ਉਹਨਾਂ ਨੂੰ ਤਾਂ ਇੱਕ ਨੂੰ 20 ਪੈ ਕੇ ਤਾਂ ਚੱਕ ਕੇ ਲੈ ਗਏ। ਤੇ ਫਿਰ ਅਖੀਰ ਦਰਵਾਜ਼ੇ ਅਸੀਂ ਬੰਦ ਕਰ ਦਿੱਤੇ ਵੀ ਅੰਦਰ ਬਾਦੀ ਜੁੱਤੀਆਂ ਸਮੇਤ ਅੰਦਰ ਦਾਖਲ ਨਾ ਹੋਣ। ਫਿਰ ਤਾਕੀਆਂ ਦਰਵਾਜ਼ੇ ਸਾਰੇ ਤੋੜ ਕੇ ਤੇ ਫਿਰ ਗੋਲੀਆਂ ਦਾ ਮੀਂਹ ਭਰਾਇਆ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਾਈ ਸਾਹਿਬ ਹਰਭਜਨ ਸਿੰਘ ਜੀ ਹਾਲੇ 24-25 ਸਾਲ ਦੀ ਉਮਰ ਸੀ, ਬਹੁਤ ਮਹਾਨ ਵਿਦਵਾਨ, ਬੜੇ ਮਹਾਨ ਜਪੀ ਤਪੀ ਸੀ। ਮਾਝ ਰਾਗ ਚੱਲ ਰਿਹਾ ਸੀ, ਉਹਨਾਂ ਦੀ ਛਾਤੀ 'ਚ ਮੇਰੇ ਦੇਖਦਿਆਂ ਗੋਲੀ ਲੱਗੀ। ਮੈਂ ਚੌਰ ਕਰਦਾ ਸੀ ਉਸ ਵੇਲੇ ਤੇ ਉੱਤੇ ਸ਼ਹੀਦ ਹੋ ਗਏ। ਕੋਲ ਭਾਈ ਬਾਬਾ ਧੰਨਾ ਸਿੰਘ ਜੀ ਫਾਲੇ ਵਾਲੇ, ਨਿਹੰਗ ਸਿੰਘ ਆਦਿ 10 ਦੇ ਗਿਆਨੀ, ਮਹਾਨ ਵਿਦਵਾਨ, ਕਥਾਕਾਰ, ਉਹ ਬੈਠੇ ਸੀ। ਉਹਨਾਂ ਨੇ ਉੱਥੋਂ ਭਗਤੀ ਲੈ ਲਈ। ਉਹਨਾਂ ਦੀ ਸੱਜੀ ਬੱਖੀ 'ਚ ਗੋਲੀ ਲੱਗੀ, ਉੱਤੇ ਸ਼ਹੀਦ ਹੋ ਗਏ। ਫਿਰ ਦਾਸ ਦੇ ਹੱਥ 'ਤੇ ਲੱਗੀ, ਬਾਂਹ 'ਤੇ ਲੱਗੀ, ਇੱਥੇ ਲੱਗੀ, ਇੱਕ ਹੋਰ ਲੱਗੀ ਗੋਲੀ। 4 ਗੋਲੀਆਂ ਲੱਗੀਆਂ, ਮੈਂ ਵੀ ਡਿੱਗ ਪਿਆ ਜੀ। 11 ਸਿੰਘ 5 ਮਿੰਟ 'ਚ 5-6 ਮਿੰਟ 'ਚ ਸਾਰਾ ਸਾਕਾ ਵਰਤ ਗਿਆ ਜੀ। ਤੇ 11 ਸਿੰਘ ਸ਼ਹੀਦ ਹੋ ਗਏ, 3 ਅਸੀਂ ਜ਼ਖਮੀ ਹੋ ਗਏ। ਗੋਲੀਬਾਰੀ ਪੁਲਿਸ ਵੱਲੋਂ ਕੀਤੀ ਗਈ ਜਿਵੇਂ ਮਹੰਤ ਨੇ ਰਲ ਕੇ ਲਾਲਚ ਦੇ ਕੇ ਮਹੰਤ ਨੇ ਉਹਨਾਂ ਨੂੰ ਲੱਖਾਂ ਰੁਪਈਆ ਕਢਾਇਆ। ਜੇ ਤਾਂ ਅੱਲਾ ਦੇਖੇ ਅੱਧਾ ਦੀਏ ਵੰਡ, ਤੇ ਉਹਨਾਂ ਨੂੰ ਲਾਲਚ ਵਸ ਹੋ ਕੇ ਇਹਨਾਂ ਦੇ ਪਿੱਛੇ ਕਿਸੇ ਨੇ ਨਹੀਂ ਆਉਣਾ। ਪੰਜਾਬ ਤੋਂ ਆਏ ਥੋੜ੍ਹੇ ਜਿਹੇ ਬੰਦੇ ਆ, ਫੜ ਕੇ ਅੰਦਰ ਕਰ ਦਿਓ, ਅਖੰਡ ਪਾਠ ਵੀ ਖੰਡਨ ਕਰ ਦਿਓ, ਇੱਥੇ ਕਿਹੜਾ ਕਿਸੇ ਨੇ ਪੁੱਛਣਾ ਜੀ। ਬਸ ਉਹਨਾਂ ਨੇ ਫਿਰ ਇਹ ਅੱਲਾ ਤਾਲ ਗੋਲੀ ਚੱਲ, ਇੰਨਾ ਅੰਦਰ ਖੂਨ ਤੁਰਿਆ ਫਿਰਦਾ ਜਿੱਦਾਂ ਪਾਣੀ ਤੁਰਿਆ ਫਿਰਦਾ ਹੁੰਦਾ। ਗੁਰੂ ਸਾਹਿਬ ਦੇ ਸਰੂਪ ਲੱਥ ਪੱਥ, ਬਸਤਰ ਸਾਰੇ ਲੱਥ ਪੱਥ, ਵਿਛਾਈਆਂ ਸਾਰੀਆਂ
खून ਨਾਲ ਲੱਥਪੱਥ ਕਿਉਂਕਿ ਨੌਜਵਾਨ ਸਿੰਘ ਸੀ, ਕੋਈ 28 ਸਾਲ, ਕੋਈ 24 ਸਾਲ, ਕੋਈ 23 ਸਾਲ, ਕੋਈ 18 ਸਾਲ, ਇੱਦਾਂ ਦੇ ਸਾਰੇ ਸਿੰਘ ਸੀ। ਬੜੇ ਸੂਰਬੀਰ, ਬਹਾਦਰ, ਸ਼ਸਤਰ ਵਿਦਿਆ ਦੇ ਧਨੀ, ਨਿਤਨੇਮ ਦੇ ਧਨੀ, ਸੇਵਾ ਦੇ ਧਨੀ, ਰਹਿਤਬਾਨ, ਬਾਣੀ ਬਾਣੇ ਦੇ ਧਾਰਨੀ। ਅਤੇ ਬਸ ਫਿਰ ਸਾਕਾ ਇਹ 12 ਕੁ ਵਜੇ ਸਾਕਾ ਵਰਤਿਆ ਜੀ। 6:30 ਵਜੇ ਤੱਕ ਉਹਨਾਂ ਨੇ ਉੱਥੋਂ ਸਾਨੂੰ ਚੱਕਿਆ ਹੀ ਨਹੀਂ। ਅਤੇ ਯਤਨ ਕੀਤਾ ਸੀ, 3 ਸਹਿਕਦੇ ਸੀ ਵੀ ਇਹ ਚਸ਼ਮਦੀਦ ਗਵਾਹ ਹੋਣਗੇ, ਜੇ ਕੋਈ ਕੇਸ ਚੱਲਿਆ ਤਾਂ ਕੋਈ ਗੱਲ ਹੋਈ ਤਾਂ ਹੈ ਨਾ, ਕਿਉਂਕਿ ਐਡਾ ਵੱਡਾ ਸਾਕਾ ਹੋ ਗਿਆ ਵੀ ਇਹਨਾਂ ਨੂੰ ਵੀ ਖਤਮ ਕਰ ਦਿਓ। ਇਹ ਮੋਟੀਆਂ ਰਾੜਾਂ ਲੋਹੇ ਦੀਆਂ ਲੈ ਕੇ ਉਹਨਾਂ ਨੇ ਸਾਡਾ ਅੰਗ ਤੋੜਿਆ ਜੀ, ਇਹਨਾਂ ਦੇ ਵੀ ਸਾਹ ਮੁੱਕ ਜਾਣ। ਪਰ ਗੁਰੂ ਸਾਹਿਬ ਨੂੰ ਹਾਲੇ ਪੌਦਾ ਨਹੀਂ ਸੀ। ਅਤੇ ਫਿਰ ਸਾਨੂੰ ਵਿੱਚੇ ਪਾ ਕੇ ਵਿੱਚੇ ਸ਼ਹੀਦਾਂ ਸਿੰਘਾਂ ਨੂੰ ਇੱਕ ਟਰੱਕ 'ਚ ਗੁਰੂ ਸਾਹਿਬ ਦੇ ਸਰੂਪ ਅਤੇ ਵਿਛਾਈਆਂ ਅਤੇ ਸ਼ਸਤਰ, ਇੱਕ 'ਚ ਸਾਰੇ ਸ਼ਹੀਦ ਸਿੰਘ ਅਤੇ ਜ਼ਖਮੀ ਸਿੰਘਾਂ ਨੂੰ ਪਾ ਕੇ ਲੈ ਕੇ ਸ਼ਾਮ ਨੂੰ, ਆਹ ਹੀ ਮਹੀਨਾ ਸੀ ਜੇਠ ਦਾ, ਅਤੇ ਦਿਨ ਲੰਮੇ ਹੁੰਦੇ ਆ, ਉਹ ਦੇਖਦੇ ਸੀ ਵੀ ਰਾਤ ਪੈ ਜਾਂਦਾ, ਕਿਸੇ ਅਣਦੱਸੀ ਥਾਂ 'ਤੇ ਲਿਜਾ ਕੇ ਇਹਨਾਂ ਨੂੰ ਜਿਹੜਾ ਹੈਗਾ ਸੰਸਕਾਰ ਕਰਕੇ ਨਾਮੋ ਨਾਲ ਨਿਸ਼ਾਨ ਮਿਟਾ ਦਿੱਤਾ ਜਾਵੇ। ਪਰ ਸੰਗਤਾਂ ਨੇ ਰੋਕ ਲਿਆ ਟਰੱਕ, ਸਾਨੂੰ ਤਿੰਨਾਂ ਨੂੰ ਲਾ ਕੇ ਉੱਥੇ ਹਸਪਤਾਲ 'ਚ ਸਿੱਟ ਦਿੱਤਾ। ਉੱਦਾਂ ਹੀ ਮਾੜੇ ਮੋਟੇ ਐਵੇਂ ਕਿਸੇ ਨੇ ਸਾਰੀ ਰਾਤ ਪਾਣੀ ਨਹੀਂ ਦਿੱਤਾ, ਉੱਤੇ ਗਾਲਤ ਖੜੀ ਕਰ ਦਿੱਤੀ ਜੀ। ਟੁੱਟੇ ਭੱਜੇ ਮੰਜਿਆਂ 'ਤੇ ਪੈ ਰਹੇ ਸਾਰੀ ਰਾਤ। ਦੂਏ ਦਿਨ 12 ਵਜੇ ਤੱਕ ਖੂਨ ਚੋਂਦਾ ਰਿਹਾ, ਥੱਲੇ ਫਰਸ਼ 'ਤੇ ਖੂਨ ਤੁਰਿਆ ਫਿਰਦਾ ਰਿਹਾ। ਅਤੇ ਬਾਬਾ ਜੀ ਦੇ ਨਾਲ 22 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਰਹਿ ਗਏ। ਉਹ ਤੋਂ ਬਾਅਦ ਫਿਰ ਅਸੀਂ ਉੱਥੇ ਪੌਂਟਾ ਸਾਹਿਬ ਹਸਪਤਾਲ ਰਹੇ, ਫਿਰ ਨਾਹਨ ਰਹੇ, ਫਿਰ ਸ਼ਿਮਲੇ ਰਹੇ, 5.5 ਮਹੀਨੇ ਹਸਪਤਾਲਾਂ 'ਚ ਰਹੇ। ਅਤੇ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਜ਼ਿੰਮੇਵਾਰੀ ਨਾਲ ਉਸ ਵੇਲੇ ਦੇ ਪ੍ਰਧਾਨ ਸਾਹਿਬ ਸ੍ਰੀਮਾਨ ਸੰਤ ਚੰਨਣ ਸਿੰਘ ਜੀ ਸੀਗੇ, ਅਤੇ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫਤਿਹ ਸਿੰਘ ਜੀ ਸੀਗੇ ਜੀ। ਇਹਨਾਂ ਨੇ ਇੱਥੋਂ ਪੂਰੇ ਜਥੇ ਲੈ ਕੇ ਤਾਂ ਸਾਰੇ ਪੰਜਾਬ ਦੇ ਵਿੱਚ ਦੀ ਘੁੰਮਦਿਆਂ ਹੋਇਆ 7 ਜੂਨ ਨੂੰ ਬੜਾ ਭਾਰੀ ਉੱਥੇ ਇਕੱਠ ਕੀਤਾ। ਅਤੇ ਉਹਨਾਂ ਨੇ ਸਾਰੇ ਬੈਲ ਲਾਤੇ ਵੀ ਸਾਰੇ ਪਾਸਿਓਂ ਚਾਰਜ ਫੇਰੇ। ਕੋਈ ਵੀ ਹਿਮਾਚਲ ਦੀ ਹੱਦ 'ਚ ਨਾ ਕੋਈ ਵਹੀਕਲ, ਨਾ ਮੋਟਰ, ਨਾ ਕਾਰ, ਨਾ ਜੀਪ, ਨਾ ਕੋਈ ਮੋਟਰਸਾਈਕਲ, ਕੋਈ ਚੀਜ਼ ਦਾਖਲ ਨਹੀਂ ਹੋ ਸਕਦੀ। ਫਿਰ ਵੀ ਹੱਦ 'ਤੇ ਪਹੁੰਚ ਕੇ ਪੈਦਲ ਚੱਲ ਕੇ 40,000 ਦਾ ਇਕੱਠ ਹੋ ਗਿਆ। ਉਹਦੇ ਵਿੱਚ ਮਤੇ ਪਾਸ ਕੀਤੇ ਕਿ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ, ਜ਼ਖਮੀਆਂ ਦਾ ਚੰਗੀ ਤਰ੍ਹਾਂ ਇਲਾਜ ਕੀਤਾ ਜਾਵੇ, ਸ਼ਸਤਰ ਸਾਰੇ ਵਾਪਸ ਦਿੱਤੇ ਜਾਣ, ਅਤੇ ਇਨਕੁਆਰੀ ਕਿਸੇ ਹਾਈ ਕੋਰਟ ਦੇ ਜੱਜ ਕੋਲੋਂ ਕਰਵਾਈ ਜਾਵੇ। ਲਾਲ ਬਹਾਦਰ ਸ਼ਾਸਤਰ ਉਸ ਵੇਲੇ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਚੁੱਕੇ ਸੀ। ਜਦੋਂ ਸਾਕਾ ਹੋਇਆ ਉਸ ਵੇਲੇ ਤਾਂ ਜਵਾਹਰ ਲਾਲ ਨਹਿਰੂ ਸੀ। ਫਿਰ ਉਹ ਉਸੇ ਦਿਨ ਹੀ ਉਹ ਉੱਥੇ ਆਇਆ ਸੀਗਾ ਦੇਹਰਾਦੂਨ, ਅਤੇ ਸਿੰਘ ਗਏ ਦੇਹਰਾਦੂਨ ਵਾਲੇ ਇਕੱਠੇ ਹੋ ਕੇ ਵੀ ਚਲੋ ਦੇਖੋ ਉੱਥੇ ਕਿੰਨਾ ਅਨਰਥ ਹੋਇਆ। ਕਹਿੰਦਾ ਮੈਂ ਦਿੱਲੀ ਜਾ ਕੇ ਸੋਚੂਗਾ ਜੀ, ਉੱਥੇ ਗੁਰੂ ਗ੍ਰੰਥ ਸਾਹਿਬ ਹੋਰ ਲਿਆ ਕੇ ਰੱਖ ਦਿਓ। ਖਤਮ ਤਾਂ ਉੱਥੇ ਹੋ ਗਿਆ ਸੀ, ਪਰ ਇਹਨਾਂ ਨੇ ਫਿਰ ਜਿਹੜਾ ਸੀ ਸ਼ੋਅ ਉੱਥੇ ਦਿੱਲੀ ਜਾ ਕੇ ਕੀਤਾ ਵੀ ਉਹ ਅਕਾਲ ਚਲਾਣਾ ਕਰ ਗਿਆ। ਉਹਦੇ ਪਿਤਾ ਆਲ ਬਹਾਦਰ ਸ਼ਾਸਤਰੀ ਸੀ, ਉਹਦੇ ਕੋਲ ਫਿਰ ਸਾਰੇ ਜਸਟਿਸ ਗੁਰਨਾਮ ਸਿੰਘ ਜੀ ਬਹੁਤ ਪੂਰਨ ਗੁਰਸਿੱਖ ਤਾਂ ਬਹੁਤ ਨੇਕ ਹਾਈ ਕੋਰਟ ਦੇ ਜੱਜ, ਰਿਟਾਇਰਡ ਜੱਜ ਸੀਗੇ ਜੀ। ਅਤੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਸਾਰੇ ਪੰਥ ਨੇ ਭਈ ਇਹ ਸਾਰਾ ਜਿਹੜਾ ਹੈਗਾ 21 ਮੈਂਬਰੀ ਕਮੇਟੀ ਚੁਣੀ, ਉਹਨੂੰ ਇਹ ਪ੍ਰਬੰਧ ਸੌਂਪਿਆ ਜਾਵੇ ਅਤੇ ਬਿਨਾਂ ਸ਼ਰਤ ਸਾਰੇ ਕੇਸ ਵਾਪਸ ਲੈ ਜਾਣ, ਹਾਈ ਕੋਰਟ ਦੇ ਜੱਜ ਕੋਲ ਇਨਕੁਆਰੀ ਕਰਵਾਈ ਜਾਵੇ। ਉਹ ਸਾਰੀਆਂ ਸ਼ਰਤਾਂ ਮਨਜ਼ੂਰ ਕਰ ਲਈਆਂ ਪ੍ਰਧਾਨ ਮੰਤਰੀ ਸਾਹਿਬ ਨੇ। ਫਿਰ ਚਲੋ ਸਿੰਘ ਰਿਹਾ ਹੋ ਗਏ, ਅਸੀਂ ਜੇਲ੍ਹਾਂ 'ਚੋਂ ਵੀ ਹਸਪਤਾਲਾਂ 'ਚੋਂ ਆ ਗਏ। ਮੁੜ ਕੇ ਪੌਂਟੇ ਸਾਹਿਬ ਮੁੜ ਕੇ ਫਿਰ ਸਾਡੇ 'ਤੇ ਕੇਸ ਬਣਾਤੇ, 18 ਕੇਸ ਬਣਾਤੇ ਝੂਠੇ ਹੀ। ਅਤੇ ਜੇ ਤੇ ਜੱਜ ਕਹਿੰਦਾ ਸੀ 10 ਸਾਲ ਦੀ ਇੱਕ 'ਚ ਤੁਹਾਨੂੰ ਸਜ਼ਾ ਹੋਣੀ ਹੈ। ਅਤੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ। ਜਸਟਿਸ ਗੁਰਨਾਮ ਸਿੰਘ ਜੀ ਨੇ ਬਹੁਤ ਮਿਹਨਤ ਕਰਕੇ, ਜਿਹੜਾ ਉਸ ਵੇਲੇ ਦਾ ਚੀਫ ਮਿਨਿਸਟਰ ਸੀ ਜਸਵੰਤ ਸਿੰਘ ਪਰਿਵਾਰ ਹਿਮਾਚਲ ਦਾ, ਉਹ ਇਹਨਾਂ ਦਾ ਕਲਾਸ ਫੈਲੋ ਸੀ। ਆਪਣਾ ਅਸਰ ਸੂਕ ਵਰਤ ਕੇ ਵੀ ਅਤੇ ਜਥੇਬੰਦਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਾਰੀ ਗੱਲ ਕਰਕੇ ਜ਼ਿੰਮੇਵਾਰੀ ਨਾਲ ਉਹ ਸਾਰੇ ਕੇਸ ਵਾਪਸ ਕਰਵਾਏ। ਅਤੇ ਸਾਨੂੰ 1966 'ਚ ਸਾਡੇ ਜਿਹੜੇ ਸੀ ਕੇਸ ਸਾਰੇ ਉਹ ਵਾਪਸ ਹੋ ਗਏ, ਅਤੇ ਅਸੀਂ ਗੁਰੂ ਸਾਹਿਬ ਜੀ ਦਾ ਸ਼ੁਕਰ ਕੀਤਾ ਜੀ। ਉਹ ਗੁਰਧਾਮ ਜਿਹੜਾ ਪਵਿੱਤਰ ਸਤਿਗੁਰੂ ਜੀ ਦਾ ਪਵਿੱਤਰ ਗੁਰਧਾਮ ਮਹੰਤਾਂ ਪਾਸੋਂ ਆਜ਼ਾਦ ਕਰਵਾ ਕੇ ਮਿਸਲ ਸ਼ਹੀਦਾਂ ਤਰਨਤਾਰਨ ਹਰੀਆ ਮੇਲਾ ਜਥੇਬੰਦੀ ਨੇ ਉੱਥੋਂ ਦਾ ਪ੍ਰਬੰਧ ਖਾਲਸੇ ਪੰਥ ਦੇ ਹੱਥਾਂ 'ਚ ਸੌਂਪਿਆ ਜੀ। ਉੱਥੋਂ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਪ੍ਰਧਾਨ ਸਾਹਿਬ ਹੁੰਦੇ ਜਿਹੜੇ ਵੀ ਹੋਣ, ਅਤੇ ਬਾਕੀ ਹੋਰ 11 ਮੈਂਬਰ ਸਾਹਿਬਾਨ ਹੁੰਦੇ ਆ। ਸੋ ਅੱਜ ਉਹਨਾਂ ਦਾ ਮਹਾਨ ਪਵਿੱਤਰ ਸ਼ਹੀਦੀ ਦਿਹਾੜਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਸ ਆਪਣੇ ਵੱਲੋਂ ਜਥੇਬੰਦੀ ਵੱਲੋਂ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਮਤਾ ਪਾ ਕੇ ਸਾਲਾਂ ਦੇ ਪਾਸ ਕਰ ਦਿੱਤਾ ਅਤੇ ਹਰੇਕ ਸਾਲ 22 ਮਈ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਉਹਨਾਂ ਦੇ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਯਾਦ ਵਿੱਚ ਇਹ ਸਮਾਗਮ ਹੋਇਆ ਕਰਨਗੇ। ਅਤੇ ਪੌਂਟਾ ਸਾਹਿਬ ਤਾਂ ਹੁੰਦੇ ਹੀ ਆ ਜੀ, ਅਤੇ ਹਰੀਆ ਮੇਲਾ ਵੀ ਹੁੰਦੇ ਆ, ਪਰ ਇਸ ਸਥਾਨ 'ਤੇ ਨਹੀਂ ਹੁੰਦੇ ਸੀ। ਇਸ ਲਈ ਦਾਸ ਆਪਣੇ ਵੱਲੋਂ
ਖਾਲਸੇ ਪੰਥ ਦੀ ਪ੍ਰਗਤੀ ਦੇ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਾਡੇ ਜਨਰਲ ਸਕੱਤਰ ਸਾਹਿਬ, ਇਹਨਾਂ ਨੇ ਵੀ ਬਹੁਤ ਯਤਨ ਕੀਤਾ ਤੇ ਬਾਕੀ ਸਾਰੇ ਜਿੰਨੇ ਵੀ ਅਹੁਦੇਦਾਰ ਸਾਹਿਬਾਨ ਹਨ, ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਵਿਰਾਜਮਾਨ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ, ਤੁਸੀਂ ਆਪਣੇ ਸੰਘਰਸ਼ ਭਰੇ ਜੀਵਨ ਦੇ ਵਿੱਚੋਂ ਅੱਜ ਦੇ ਗੁਰਸਿੱਖਾਂ ਨੂੰ ਕੀ ਕਹਿਣਾ ਚਾਹੋਗੇ, ਕੀ ਬੇਨਤੀ ਕਰੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨਿਮਰਤਾ ਸਹਿਤ ਹੱਥ ਜੋੜ ਕੇ ਸਮੁੱਚੇ ਖਾਲਸੇ ਪੰਥ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ। ਖਾਲਸਾ ਜੀ, ਅੱਜ ਬਹੁਤ ਵਿਖੜਾ ਸਮਾਂ, ਖਾਲਸੇ ਪੰਥ ਦੇ ਬੜੇ ਕੋਝੇ ਤਰੀਕਿਆਂ ਨਾਲ, ਲੁਕਵੇਂ ਢੰਗਾਂ ਤਰੀਕਿਆਂ ਨਾਲ ਹਮਲੇ ਕੀਤੇ ਜਾ ਰਹੇ, ਕਿਤੇ ਲਿਖਤੀ ਰੂਪ 'ਚ ਕਿਸੇ ਹੋਰ ਤਰੀਕਿਆਂ ਨਾਲ। ਤੇ ਲੋੜ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਧੁਰਾ ਆ, ਉਹ ਸਾਡਾ ਡਿਸਿਪਲਿਨ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮੁੱਚਾ ਖਾਲਸਾ ਪੰਥ ਆਪੋ ਆਪਣੇ ਮਤਭੇਦ ਭੁਲਾ ਕੇ ਖਾਲਸੇ ਪੰਥ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਆਪਾਂ ਇਕੱਤਰ ਹੋ ਕੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ, ਜਿੱਦਾਂ ਗੁਰੂ ਸਾਹਿਬ ਜੀ ਆਗਿਆ ਕਰਦੇ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਵਿਚਾਰ ਵੱਖੋ ਵੱਖਰੇ ਹੋ ਸਕਦੇ ਆ, ਕਮੀਆਂ ਵੀ ਹੋ ਸਕਦੀਆਂ, ਪਰ ਬੈਠ ਕੇ ਮਿਲ ਕੇ ਕਮੀਆਂ ਵੀ ਨਿਕਲ ਜਾਂਦੀਆਂ ਤੇ ਵਿਚਾਰਾਂ ਦਾ ਮਤਭੇਦ ਵੀ ਮਿਟ ਜਾਂਦਾ। ਸੋ ਸਮੁੱਚੇ ਖਾਲਸੇ ਪੰਥ ਨੂੰ ਇਹ ਨਿਮਰਤਾ ਸਹਿਤ ਅਪੀਲ ਹੈ, ਬੇਨਤੀ ਹੈ ਕਿ ਸਮੁੱਚਾ ਖਾਲਸਾ ਪੰਥ, ਸਾਰੀਆਂ ਜਥੇਬੰਦੀਆਂ ਆਪੋ ਆਪਣੇ ਮਤਭੇਦ ਭੁਲਾ ਕੇ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਪਾਂ ਏਕਤਾ ਦਾ ਸਬੂਤ ਦਈਏ, ਅੰਮ੍ਰਿਤਧਾਰੀ ਹੋ ਕੇ ਨਿਤਨੇਮੀ ਹੋਈਏ ਤੇ ਗੁਰੂ ਕੀ ਬਾਣੀ ਦਾ ਨਿਤਨੇਮ ਜ਼ਰੂਰ ਕਰੀਏ, ਨਿਤਨੇਮ ਰਹਿਤ ਵਿੱਚ ਪੱਕੇ ਹੋਈਏ, ਫਿਰ ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਹੁੰਦੇ ਆ। ਗੁਰੂ ਸਾਹਿਬ ਜੀ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸਿੱਖ ਦੀਆਂ ਦੋ ਚੀਜ਼ਾਂ ਜਿਹੜੀਆਂ ਕਦੀ ਟੁੱਟਣੀਆਂ ਨਹੀਂ ਚਾਹੀਦੀਆਂ, ਇੱਕ ਰਹਿਤ, ਦੂਜਾ ਨਿਤਨੇਮ। ਹੁੰਦਾ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਆ, ਤਾਂ ਹੀ ਅਸੀਂ ਰੋਜ਼ ਅਰਦਾਸ ਕਰਦੇ, ਮਹਾਰਾਜ ਜੋ ਤੁਸੀਂ ਸਿੱਖੀ ਬਖਸ਼ੀ ਹੈ, ਮਹਾਰਾਜ ਸਿਦਕ ਵੀ ਬਖਸ਼ੋ, ਸਾਡਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਲਿਭ ਜਾਵੇ। ਪਰ ਇਹਦੇ ਦੋ ਚੀਜ਼ਾਂ ਵਿੱਚੋਂ ਕੱਢ ਦਈਏ, ਨਾ ਨਿਤਨੇਮ ਨਾ ਰਹਿਤ, ਬਾਕੀ ਫਿਰ ਕੱਖ ਵੀ ਨਹੀਂ ਰਹਿੰਦਾ। ਨਿਤਨੇਮ 'ਚ ਪੱਕੇ ਹੋਈਏ ਤੇ ਰਹਿਤ 'ਚ ਪੱਕੇ ਹੋਈਏ, ਫਿਰ ਖਾਲਸੇ ਪੰਥ ਦੇ ਬਾਲੀ ਆਪ ਖਾਲਸੇ ਪੰਥ ਦੇ ਸਹਾਈ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਕਾ ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਅਸੀਂ ਨਮਨ ਕਰ ਰਹੇ ਹਾਂ। ਹੁਣੇ ਆਪ ਜੀ ਸਰਵਣ ਕਰ ਰਹੇ ਸੀ ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਜਿੰਦਾ ਸ਼ਹੀਦ। ਇਸ ਵਕਤ ਸਾਡੇ ਨਾਲ ਮੌਜੂਦ ਨੇ ਬਾਬਾ ਨਿਹਾਲ ਸਿੰਘ ਜੀ ਦੇ ਧਰਮ ਪਤਨੀ ਮਾਤਾ ਰਛਪਾਲ ਕੌਰ ਜੀ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਸਾਰੇ ਸਿੱਖ ਪੰਥ ਨੇ ਰਲ ਕੇ, ਦੂਰ ਦਰਾਡਿਓਂ ਸੰਗਤਾਂ ਇੱਥੇ ਚੱਲ ਕੇ ਆਈਆਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ। ਉਹ ਜੋ ਪਾਉਂਟਾ ਸਾਹਿਬ ਦਾ ਸਾਕਾ ਆਪ ਜੀ ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਤੋਂ ਹੋਰ ਵੀ ਮਹਾਂਪੁਰਸ਼ਾਂ ਤੋਂ ਸੁਣ ਚੁੱਕੇ ਹੋ। ਉਹ ਸਾਕਾ ਜੋ ਹੈ ਉਹ ਕੋਈ ਆਮ ਕਹਾਣੀ ਨਹੀਂ, ਉਹ ਯੁੱਗਾਂ ਤੱਕ ਰਹਿਣ ਵਾਲੀ ਇੱਕ ਕਹਾਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਉਂਟਾ ਸਾਹਿਬ ਦੇ ਵਿੱਚ ਜੋ ਸ਼ਹੀਦ ਹੋਣਾ, ਉਹਨਾਂ ਨੂੰ ਆਜ਼ਾਦ ਕਰਾਉਣਾ ਉਸ ਗੁਰੂ ਧਾਮ ਨੂੰ, ਉਹ ਕੋਈ ਛੋਟੀ ਖੇਡ ਨਹੀਂ। ਇਹ ਕੋਈ ਰੂਹਾਂ ਐਵੇਂ ਨਹੀਂ ਵੀ ਉੱਠ ਕੇ ਚਲੇ ਗਈਆਂ। ਇਹਨਾਂ ਦਾ ਜਨਮਾਂ ਦਾ ਤਪ ਹੋਣ ਤੋਂ ਬਾਅਦ ਮਹਾਰਾਜ ਜੀ ਦੇ ਪਹਿਰੇ ਲਾਏ ਤੇ ਆਉਂਦੀਆਂ ਹਨ। ਇੱਕ ਇੱਕ ਸਿੱਖ ਲੱਖਾਂ ਜਨਮਾਂ ਦੀ ਭਗਤੀ ਲੈ ਕੇ ਆਉਂਦਾ ਹੈ, ਤਾਂ ਉਹਨਾਂ ਦੇ ਡੁੱਲਿਓ ਖੂਨ ਦੇ ਨਾਲ ਇਹ ਜੋ ਚੀਜ਼ਾਂ ਹਨ, ਕ੍ਰੀਤੀਆਂ ਖਤਮ ਹੁੰਦੀਆਂ ਹਨ ਤੇ ਆਜ਼ਾਦੀ ਮਿਲਦੀ ਹੈ, ਜਿਸ ਕਰਕੇ ਸਾਰੇ ਸਿੱਖ ਪੰਥ ਨੂੰ ਉੱਥੇ ਅੱਜ ਮੱਥਾ ਟੇਕਣ ਦੇ ਲਈ ਖੁੱਲ੍ਹ ਹੈ। ਇਸ ਸ਼ਹੀਦੀ ਸਾਕੇ ਤੇ ਅਸੀਂ ਉਹਨਾਂ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਚਾਹੁੰਦੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੀ ਜ਼ਿੰਦਗੀ ਤੋਂ ਕੋਈ ਸੇਧ ਲੈ ਕੇ ਆਪਣੇ ਜੀਵਨ ਨੂੰ ਹੋਰ ਉੱਚਾ ਸੁੱਚਾ ਬਣਾਉਣ ਤੇ ਆਉਣ ਵਾਲੇ ਕੁਕਰਮਾਂ ਤੋਂ ਪੰਥ ਨੂੰ ਸਦਾ ਲਈ ਆਜ਼ਾਦ ਰੱਖਣ। ਇਸੇ ਸ਼ਹੀਦੀ ਸਾਕੇ ਦੀ ਜੋ ਹੈ, ਇਸ ਦੀ 11 ਮਈ ਇਸ ਸਾਲ ਨੂੰ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਵਿਖੇ ਯਾਦਗਾਰ ਬਣਾਈ ਗਈ ਸੀ, ਜਿਸ ਦੀ ਕਿ ਓਪਨਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਬਾਬਾ ਜੀ ਵੱਲੋਂ ਬਾਰ-ਬਾਰ ਕਹਿਣ ਤੇ ਬਹੁਤ ਜ਼ੋਰ ਲਾ ਕੇ ਇੱਕ ਖੂਨੀ ਸ਼ਹੀਦੀ ਸਾਕੇ ਦੀ ਜੋ ਪੁਸਤਕ ਹੈ ਉਹ ਲਿਖੀ ਗਈ ਹੈ, ਜੋ ਕਿ ਹਰ ਪ੍ਰਾਣੀ ਨੂੰ ਪੰਜਾਬੀ ਜਿਸ ਨੂੰ ਆਉਂਦੀ ਹੈ ਪੜ੍ਹ ਕੇ, ਨਹੀਂ ਵੀ ਆਉਂਦੀ ਤਾਂ ਦੂਸਰਿਆਂ ਨੂੰ ਸੁਣਾ ਕੇ ਉਸ ਵਿੱਚੋਂ ਸੇਧ ਲੈਣੀ ਚਾਹੀਦੀ ਹੈ। ਬਹੁਤ ਅੱਤ ਦਰਜੇ ਦੀ ਉਹ ਬੁੱਕ ਹੈ, ਜਿਵੇਂ ਕਿ ਇਹ ਕਿਰਪਾਨ ਦੇ, ਕੋਟ ਦੌੜ ਦੇ, ਬਾਣੀ ਦੇ, ਸਾਰੀਆਂ ਚੀਜ਼ਾਂ ਦੇ ਇਹ ਅੱਤ ਦਰਜੇ ਦੇ ਮਾਰ ਹਨ। ਉਸੇ ਤਰ੍ਹਾਂ ਇਹਨਾਂ ਦੀ ਕਲਮ ਵੀ ਅੱਤ ਦਰਜੇ ਦੀ ਮਾਰ ਹੈ। ਅਸੀਂ ਇਹਨਾਂ ਨੂੰ ਇਸ ਸਾਕੇ 'ਤੇ ਲਿਖੀ ਗਈ ਬੁੱਕ ਦੇ ਲਈ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਚਾਹੁੰਦੇ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸੇ ਤਰ੍ਹਾਂ ਆਪਣੀਆਂ ਜੋ ਲੁਕੋਈਆਂ ਹੋਈਆਂ ਇਹਨਾਂ ਦੇ ਕੋਲ ਯਾਦਾਂ ਚੀਜ਼ਾਂ ਹਨ, ਜਿਸ ਨਾਲ ਸਿੱਖ ਪੰਥ ਚੜ੍ਹਦੀ ਕਲਾ 'ਚ ਰਹਿ ਸਕਦਾ ਹੈ,
ਉਸ ਨੂੰ ਲਿਖ ਕੇ ਉਜਾਗਰ ਕਰਨ। ਮਾਤਾ ਜੀ, ਜੋ ਤੁਸੀਂ ਮਾਤਾ ਸੁੰਦਰ ਕੌਰ ਜੀ ਦੇ ਯਾਦਗਾਰ ਬਣਾਈ ਹੈ, ਉਹਦੇ ਬਾਰੇ ਵੀ ਸੰਗਤ ਨੂੰ ਦੱਸੋ। ਯਾਦਗਾਰ ਬਣਾਉਣ ਵਾਲਾ ਤਾਂ ਮੈਂ ਕੋਈ ਨਹੀਂ, ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਆ ਕਿਸੇ ਦੇ ਸਿਰ ਤੇ ਵੀ ਹੱਥ ਰੱਖਣ ਤਾਂ ਬਣ ਜਾਂਦੀ ਹੈ। ਮੈਨੂੰ ਕਦੀ ਲੱਗਾ ਨਹੀਂ ਮੈਂ ਬਣਾਈ ਆ, ਮੈਨੂੰ ਲੱਗਦਾ ਮਾਤਾ ਜੀ ਨੇ ਆਪ ਬਣਾਈ ਆ, ਸਿਰਫ ਮਾਨ ਸਾਨੂੰ ਬਖਸ਼ਿਆ। ਸੋ ਬਹੁਤ ਪੁਰਾਣੀ ਬਿਲਡਿੰਗ ਸੀਗੀ, ਸਦੀਆਂ ਪੁਰਾਣੀ, ਅੱਧੀ ਕੁ ਢਹਿ ਢੇਰੀ ਹੋ ਚੁੱਕੀ ਸੀ। ਜਦੋਂ ਉਹਦੇ ਦਰਸ਼ਨ ਕਰਨ ਦਾ ਪਹਿਲੀ ਵਾਰੀ ਟਾਈਮ ਮਿਲਿਆ, ਮੈਨੂੰ ਇਦਾਂ ਹੀ ਲੱਗਾ ਜਿੱਦਾਂ ਕੋਈ ਉਹ ਸਾਡਾ ਘਰ ਹੋਵੇ। ਸੋ ਮੈਂ ਬਾਬਾ ਜੀ ਨੂੰ ਕਿਹਾ, ਬਾਬਾ ਜੀ ਕਿਰਪਾ ਕਰਕੇ ਇਹ ਸੇਵਾ ਕਿਸੇ ਨੂੰ ਨਾ ਦਿਓ ਤੇ ਸਾਨੂੰ ਦਿਓ। ਸੋ ਬਾਬਾ ਜੀ ਦਾ ਮੋਹਰੇ ਜਵਾਬ ਸੀ, ਕਹਿੰਦੇ ਮੈਂ ਬਹੁਤ ਚਿਰ ਤੋਂ ਉਡੀਕਦਾ ਸੀ ਕੌਣ ਹੋਏਗਾ ਜੋ ਇਹ ਗੱਲ ਕਹੇਗਾ, ਕਿਉਂਕਿ ਇਹਨਾਂ ਨੇ 30-31 ਗੁਰਦੁਆਰਾ ਸਾਹਿਬ ਬਣਾਏ ਆ, ਕਾਲਜ ਬਣਾਏ ਆ, ਹਸਪਤਾਲ ਬਣਾਏ ਆ, ਬੜੀਆਂ ਮੱਲਾਂ ਮਾਰੀਆਂ, ਪਰ ਉਹ ਸੇਵਾ ਬਾਬਾ ਜੀ ਨੇ ਕਿਰਪਾ ਕਰਕੇ ਸਾਡੀ ਝੋਲੀ ਪਾਈ ਤੇ ਅਸੀਂ ਯਤਨ ਕੀਤਾ ਉਹਨੂੰ ਵਧੀਆ ਤੋਂ ਵਧੀਆ ਬਣਾਈ। ਤਾਂ ਜਦੋਂ ਸੰਗਤਾਂ ਨੂੰ ਦਰਸ਼ਨ ਕਰ, ਇਸ ਵਕਤ ਸਾਡੇ ਨਾਲ ਮੌਜੂਦ ਨੇ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਕਿਉਂਕਿ ਅੱਜ ਪੌਂਟਾ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਹੋਏ। ਸੋ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਅਤੇ ਉਹ ਵੀ ਸਿੱਖ ਸੰਗਤ ਨੂੰ ਅਪੀਲ ਕਰਨਗੇ ਜੋ ਸ਼ਹੀਦੀ ਸਾਕਿਆਂ ਤੋਂ ਅਸੀਂ ਕੀ ਸਿੱਖਣਾ ਹੈ, ਅਸੀਂ ਕੀ ਪ੍ਰੇਰਨਾ ਲੈਣੀ ਹੈ ਤੇ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਅੱਜ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਸਤਿਗੁਰ ਦੀਆਂ ਪਾਈਆਂ ਪੈੜਾਂ ਦੇ ਉੱਤੇ ਹੋ ਤੁਰ ਕੇ ਪੰਥ ਖਾਲਸੇ ਦਾ ਪਵਿੱਤਰ ਸਥਾਨ, ਜਿੱਥੇ ਸਤਿਗੁਰਾਂ ਨੇ ਇਸ ਪੰਥ ਨੂੰ ਬਹੁਤ ਕੁਝ ਬਖਸ਼ਿਆ, ਉਸੇ ਸਥਾਨ ਦੇ ਉੱਤੇ ਕਵੀਆਂ ਦਾ ਸਥਾਨ, 52 ਕਵੀਆਂ ਦਾ ਸਥਾਨ, ਦਸਤਾਰ ਸਥਾਨ, ਉਸੇ ਸਥਾਨ 'ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼, ਔਰ ਉਸ ਧਰਤੀ ਦੇ ਉੱਤੇ ਜਿਹੜੀਆਂ ਹੋ ਰਹੀਆਂ ਸੀ ਕਰੈਤਾਂ, ਉਹਨਾਂ ਦੇ ਖਿਲਾਫ ਸਿੱਖ ਪੰਥ ਦੀ ਮਹਾਨ ਜਥੇਬੰਦੀ ਪੰਥ ਅਕਾਲੀ ਤਰਨਾ ਦਲ ਜਥੇਬੰਦੀ ਹਰੀਆਂ ਬੇਲਾਂ, ਤਿੰਨਾਂ ਦੇ ਉਸ ਵੇਲੇ ਦੇ ਮੁਖੀ ਸਿੰਘ ਸਾਹਿਬ ਗਿਆਨੀ ਹਰਭਜਨ ਸਿੰਘ ਜੀ, ਜਿਨ੍ਹਾਂ ਨੇ ਹੋ ਰਹੀਆਂ ਕ੍ਰਿਤੀਆਂ ਦੇ ਸੰਗਤਾਂ ਦੇ ਹੁਕਮ 'ਤੇ ਜਾ ਕੇ ਉੱਥੇ ਆਪਣੇ ਡੇਰੇ ਲਾਏ। ਡੇਰੇ ਕੋਈ ਨਿੱਜਲੇ ਨਹੀਂ ਲਾਏ। ਪੰਥ ਖਾਲਸੇ ਦੀ ਇੱਕ ਰੀਤ ਰਹੀ ਆ ਕਿ ਪੰਥ ਖਾਲਸਾ ਹਮੇਸ਼ਾ ਸ਼ਹਾਦਤ ਦੇਣ ਲਈ ਤਿਆਰ ਰਹਿੰਦਾ। ਅਤੇ ਇੱਕ ਇਹ ਵੀ ਸਤਿਗੁਰੂ ਜੀ ਨੇ ਸਾਨੂੰ ਨਿੱਗਰ ਪੈੜਾਂ 'ਤੇ ਇਤਿਹਾਸ ਬਣਾ ਕੇ ਦਿੱਤਾ ਕਿ ਸਿੱਖ ਇਤਿਹਾਸ ਪੜ੍ਹਦਾ ਵੀ ਆ ਅਤੇ ਸਿੱਖ ਇਤਿਹਾਸ ਬਣਾਉਂਦਾ ਵੀ ਆ। ਪੜ੍ਹ ਕੇ ਉੱਤੇ ਮਾਣ ਕਰਦਾ ਅਤੇ ਲੋੜ ਪਈ ਤਾਂ ਪੁਰਾਣਾ ਦੀ ਹੋਤੀ ਦੇ ਦਿੰਦਾ। ਉਸੇ ਪ੍ਰਣਾਲੀ ਨੂੰ ਅਪਣਾ ਕੇ ਪੰਥ ਅਕਾਲੀ ਤਰਨਾ ਦਲ ਦੇ ਉਹਨਾਂ ਮਹਾਨ ਸ਼ਹੀਦਾਂ ਨੇ ਅੱਜ ਦੇ ਦਿਨ, ਜਿਵੇਂ ਬਾਬਾ ਜੀ ਨੇ ਸਾਰਾ ਕੁਝ ਤੁਹਾਡੇ ਨਾਲ ਹੁਣੇ ਸਾਂਝਾ ਕੀਤਾ, ਅੱਜ ਦੇ ਦਿਨ ਉਸ ਸਥਾਨ ਦੇ ਉੱਤੇ ਬੜਾ ਔਖਾ ਮਰਨਾ, ਜਿਲੇ ਬੰਦੇ ਨੂੰ ਮੂਹਰੇ ਕੋਈ ਗੋਲੀ ਵਰਦੀ ਹੋਵੇ, ਕੁਛ ਹੋਵੇ, ਪਰ ਗੁਰੂ ਦਾ ਜੇ ਆਸ਼ੀਰਵਾਦ ਹੋਵੇ ਅਤੇ ਗੁਰੂ ਦੇ ਆਸਥਾ ਦੇ ਉੱਤੇ ਮਨੁੱਖ ਦਾ ਆਸਥਾ ਹੋਵੇ ਤਾਂ ਫਿਰ ਸਤਿਗੁਰੂ ਜੀ ਆਪਣੀ ਬੁੱਕਲ 'ਚ ਲੈ ਲੈਂਦੇ ਆ। ਅਤੇ ਉੱਥੇ 11 ਉਹਨਾਂ ਮਹਾਨ ਨਿਹੰਗ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਜਿਹੜੇ ਜ਼ਖਮੀ ਸੀ, ਜਿਨ੍ਹਾਂ ਦੇ ਵਿੱਚੋਂ ਬਾਬਾ ਜੀ ਮਾਸਟਰ ਅਜੀਤ ਸਿੰਘ ਜੀ ਅਤੇ ਦੂਸਰੇ ਸਿੰਘ। ਅਤੇ ਮੈਂ ਲਾਉਣਾ ਜਿਹੜੇ ਉਹ ਸਾਕੇ ਨੂੰ ਮੈਂ ਇਕਾਗਰਤਾ ਨਾਲ ਬਾਚ ਕਰਦਾ, ਅਤੇ ਕਿਹੋ ਜਿਹਾ ਸਮਾਂ ਹੋਊਗਾ ਜਿਸ ਵੇਲੇ ਮਨੁੱਖ ਦੇ ਕੋਈ ਪੈਰ ਹੱਥ 'ਤੇ ਸੱਟ ਲੱਗੀ ਹੋਵੇ ਉਵੇਂ ਹੀ, ਅਤੇ ਉਹ ਹੀ ਬਰਦਾਸ਼ਤ ਕਰਨੀ ਔਖੀ ਆ। ਅਤੇ ਗੋਲੀਆਂ ਦਾ ਮੀਂਹ, ਅਤੇ ਬਾਬਾ ਜੀ ਦੇ ਆਪਣੇ ਸਰੀਰ ਦੇ ਵਿੱਚ ਵੀ ਅੱਜ ਵੀ ਇੱਕ ਗੋਲੀ ਮੌਜੂਦ ਆ, ਅਤੇ ਉਹ ਫਿਰ ਬਗੈਰ ਕਿਸੇ ਇਲਾਜ ਤੋਂ ਲਗਾਤਾਰ 24-25 ਘੰਟੇ ਬਗੈਰ ਇਲਾਜ ਤੋਂ ਪਏ ਰਹਿਣ। ਇਹ ਮੈਂ ਸਮਝਦਾ ਜਿਹੜਾ ਸਤਿਗੁਰੂ ਜੀ ਨੇ ਇਤਿਹਾਸ ਬਣਾਇਆ ਆ ਮਨੁੱਖਾਂ ਨੂੰ ਸ਼ਹਾਦਤ ਦੇਣ ਦਾ, ਉਹਦੀ ਕੜੀ ਦਾ ਇੱਕ ਚਾਅ ਸੀ, ਅਤੇ ਉਸੇ ਕੜੀ ਤਹਿਤ ਫਿਰ ਉਹਨਾਂ ਮਹਾਨ ਸ਼ਹੀਦਾਂ ਨੇ ਪੈੜਾਂ ਪਾ ਕੇ ਸਾਨੂੰ ਇਹ ਮਹਾਨ ਜਿਹੜਾ ਸਥਾਨ ਸੀ ਆਜ਼ਾਦ ਕਰਵਾਇਆ। ਅਤੇ ਇੱਕ ਹੋਰ ਵੀ ਮੈਂ ਵਧਾਈ ਦਿੰਦਾ ਪੰਥ ਅਕਾਲੀ ਤਰਨਾ ਦਲ ਜਥੇਬੰਦੀ ਹਰੀਆਂ ਬੇਲਾਂ ਨੂੰ ਕਿ ਨਿੱਜ ਲਈ ਉਹਦਾ ਪ੍ਰਬੰਧ ਆਪਣੇ ਲਈ ਨਹੀਂ ਲਿਆ, ਸਗੋਂ ਉਹ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ। ਉੱਥੋਂ ਜਿੰਨਾ ਵੀ ਹੁਣ ਅੱਜ ਗੁਰਮਤ ਦਾ ਪ੍ਰਚਾਰ ਜਾਂ ਅੱਜ ਸਰਾਵਾਂ ਦਾ ਪ੍ਰਸਾਰ ਇਤਿਆਦਿਕ ਜਿਹੜੇ ਸਾਰੇ ਪ੍ਰਬੰਧ ਆ ਉਹ ਸਮੁੱਚੇ ਤੌਰ 'ਤੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਚੱਲਦੇ ਆ। ਅਤੇ ਉੱਥੇ ਇੱਕ 11 ਮੈਂਬਰੀ ਜਿਹੜੀ ਨਾਲ ਪ੍ਰਬੰਧਕ ਕਮੇਟੀ ਆ, ਜਿਹਦੇ ਵਿੱਚ ਬਾਬਾ ਜੀ ਦੀ ਜਥੇਬੰਦੀ ਦੇ 2 ਸਿੰਘ, ਉਹ ਫੈਸਲਾ ਪਹਿਲਾਂ ਹੀ ਹੋ ਚੁੱਕਾ ਆ। ਅਤੇ ਇਤਿਆਦਿਕ ਉਹ ਸਾਰੇ ਰਲ ਕੇ ਮੈਂ ਸਮਝਦਾ ਅੱਜ ਉਸ ਸਥਾਨ ਨੂੰ ਮੁੜ ਕੇ ਨਵੇਂ ਸਿਰੋਂ ਮਾਸਟਰ ਪਲਾਨ ਰਾਹੀਂ ਉਹਦੀ ਉਸਾਰੀ ਹੋ ਰਹੀ ਆ। ਮਹਾਨ ਉੱਥੇ ਜਿਹੜੀਆਂ ਆ ਸਰਾਵਾਂ ਉਹਨਾਂ ਦੀ ਉਸਾਰੀ ਹੋ ਰਹੀ ਆ। ਸੋ ਜਿੱਥੇ ਮਹਾਨ ਉਸਾਰੀ ਸਰਾਵਾਂ ਦੀ ਹੋ ਰਹੀ ਆ, ਉੱਥੇ ਇਸ ਜਥੇਬੰਦੀ ਨੇ ਆਪਣੇ ਲਹੂ ਅਤੇ ਮਿੰਝ ਦੇ ਨਾਲ ਹੋ ਰਹੀਆਂ ਕ੍ਰਿਤੀਆਂ ਨੂੰ ਹਮੇਸ਼ਾ ਵਾਸਤੇ ਖਤਮ ਕਰਕੇ ਖਾਲਸਾ ਪੰਥ ਦੇ ਹੱਥ ਜਿਹੜਾ ਇਹ ਪ੍ਰਬੰਧ ਸਪੁਰਦ ਕੀਤਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਜ਼ਾਦ ਭਾਰਤ ਦੇ ਵਿੱਚ ਮੈਂ ਸਮਝਦਾ ਪਹਿਲਾ ਸਾਕਾ ਸੀ ਜਿਹਨੇ ਅਹਿਸਾਸ ਕਰਾਇਆ ਸਿੱਖਾਂ ਨੂੰ ਬਹੁਤ ਵੱਡਾ।
ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਇੱਥੋਂ ਜਥੇ ਵੀ ਜਾਂਦੇ ਸੀ, ਪੌਂਟਾ ਸਾਹਿਬ ਦੀ ਧਰਤੀ ਤੇ ਬੜਾ ਵੱਡਾ ਜੋੜ ਮੇਲਾ ਮਨਾਇਆ ਜਾਂਦਾ ਸੀ। ਇਹ ਵੀ ਇੱਕ ਖਾਲਸੇ ਪੰਥ ਦੀ ਰਵਾਇਤ ਆ ਕਿ ਸ਼ਹੀਦਾਂ ਦੇ ਉਹਨਾਂ ਸਮਾਗਮਾਂ ਤੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ, ਨਾ ਕਿ ਬਾਕੀ ਕੌਮਾਂ ਵਾਂਗੂ ਰੋਣ ਧੋਣ ਨਹੀਂ ਕੀਤਾ ਜਾਂਦਾ, ਪ੍ਰੇਰਨਾ ਲਈ ਜਾਂਦੀ ਆ। ਸੋ ਇਸ ਮਹਾਨ ਜਥੇਬੰਦੀ ਨੇ ਉਹ ਸਾਰਾ ਜਿਹੜਾ ਪ੍ਰਬੰਧ ਸੀ ਸਮੁੱਚੇ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਸਪੁਰਦ ਕੀਤਾ। ਤੇ ਪਿਛਲੇ ਸਾਲ ਤੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾ ਕੇ ਹਮੇਸ਼ਾ ਵਾਸਤੇ ਕੈਲੰਡਰ ਵਿੱਚ ਵੀ ਤੇ ਹਮੇਸ਼ਾ ਵਾਸਤੇ ਸ਼ਹੀਦੀ ਜੋੜ ਮੇਲੇ ਨੂੰ 22 ਮਈ ਨੂੰ ਮਨਾਉਣ ਦਾ ਜਿਹੜਾ ਉਹ ਫੈਸਲਾ ਕੀਤਾ। ਇਹ ਵੀ ਮੈਂ ਸਮਝਦਾ ਭਾਵੇਂ ਲੇਟ ਫੈਸਲਾ ਹੋਇਆ, ਪਹਿਲਾਂ ਚਾਹੀਦਾ ਸੀ ਕਰਨਾ, ਪਰ ਚਲੋ ਕੋਈ ਨਹੀਂ, ਦੇਰ ਆਏ ਦਰੁਸਤ ਆਏ। ਸੋ ਮੈਂ ਸਮਝਦਾ ਇਹ ਬਹੁਤ ਵੱਡੀ ਇਸ ਜਥੇਬੰਦੀ ਦੀ ਘਾਲਣਾ ਆ, ਜਿਸ ਜਥੇਬੰਦੀ ਨੇ ਹਮੇਸ਼ਾ ਹੀ ਆਪਣੇ ਸਰੀਰਾਂ ਨੂੰ ਲਾਂਭੇ ਰੱਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉੱਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਉੱਤੇ ਹਮੇਸ਼ਾ ਜੋ ਵੀ ਪੰਥ ਖਾਲਸੇ ਦਾ ਹੁਕਮ ਆਇਆ ਉਹਨੂੰ ਖਿੜੇ ਮੱਥੇ ਪਿੰਡੇ ਤੇ ਪ੍ਰਵਾਨ ਕੀਤਾ। ਤੇ ਜੇ ਪੁਰਾਣਾ ਦੀ ਹੋਤੀ ਦੇਣੀ ਪਈ ਤੇ ਉਹ ਵੀ ਕਦੇ ਪਿੱਛੇ ਨਹੀਂ ਹਟੇ। ਸੋ ਮੈਂ ਬਾਬਾ ਜੀ ਸਿੰਘ ਸਾਹਿਬ ਜਿੰਦਾ ਸ਼ਹੀਦ, ਇਹ ਵੀ ਦੇਖੋ ਬਹੁਤ ਵੱਡੀ ਇੱਕ ਉਪਾਧੀ ਹੁੰਦੀ, ਜਿੰਦਾ ਸ਼ਹੀਦ, ਤੇ ਫਿਰ ਨਾਲ ਪੰਥ ਰਤਨ ਦੀ ਉਪਾਧੀ ਪੰਥ ਖਾਲਸੇ ਨੇ ਬਖਸ਼ਿਸ਼ ਕੀਤੀ ਆ। ਇਹ ਐਵੇਂ ਹੀ ਨਹੀਂ ਪ੍ਰਾਪਤ ਹੋਈ, ਇਸ ਕਰਕੇ ਪ੍ਰਾਪਤ ਹੋਈ ਕਿ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ, ਜਿੱਥੇ ਨਿਹੰਗ ਸਿੰਘਾਂ ਦੇ ਤੌਰ ਤੇ ਮੁਖੀ ਪੰਥ ਅਕਾਲੀ ਤਰਨਾ ਦਲ ਜਥੇਬੰਦੀ ਦੇ ਮੁੱਖ ਸੇਵਾਦਾਰ ਦੇ ਉੱਤੇ ਸੇਵਾਵਾਂ ਨਿਭਾ ਰਹੇ, ਉੱਥੇ ਪੰਥ ਖਾਲਸੇ ਦੇ ਜਿਹੜੇ ਵੀ ਕੋਈ ਮਾਣ ਮਰਿਆਦਾ ਜਾਂ ਉਹਦੇ ਵਿੱਚ ਗੁਰਮਤ ਦੀ ਕੋਈ ਗੱਲ ਜਾਂ ਗੁਰਮਤ ਦੀ ਕੋਈ ਕਈ ਵਾਰੀ ਪ੍ਰਸ਼ਨ ਇੱਥੇ ਆ ਜਾਂਦੇ ਆ, ਉਹਦੇ ਉੱਤੇ ਵੀ ਹਮੇਸ਼ਾ ਨਾਲ ਪੰਥ ਦੇ ਖੜੇ ਰਹੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਾਬਾ ਜੀ ਨੂੰ, ਪੂਰੀ ਜਥੇਬੰਦੀ ਨੂੰ, ਸਾਰਿਆਂ ਨੂੰ ਦੇਹ ਰੋਗਤਾਵਾਂ ਤੰਦਰੁਸਤੀਆਂ ਬਖਸ਼ਿਸ਼ ਕਰਨ, ਤਾਂ ਕਿ ਜਿਹੜੀਆਂ ਪੈੜਾਂ ਗੁਰੂ ਖਾਲਸੇ ਦੀਆਂ ਪਾਈਆਂ ਉਹ ਇਸੇ ਤਰ੍ਹਾਂ ਹਮੇਸ਼ਾ ਸਾਡੇ ਲਈ ਇੱਕ ਯਾਦਗਾਰੀ ਚਿੰਨ੍ਹ ਬਣ ਕੇ ਚੱਲਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਮੌਜੂਦ ਨੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਮਨਜੀਤ ਸਿੰਘ ਜੀ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਹਾਂ ਕਿ ਸ਼ਹੀਦਾਂ ਨੂੰ ਯਾਦ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਫਰਜ਼ ਹੈ। ਔਰ ਜਿਸ ਤਰ੍ਹਾਂ ਬਾਬਾ ਜੀ ਦੇ ਬਾਬਾ ਨਿਹਾਲ ਸਿੰਘ ਜੀ ਉਹਨਾਂ ਨੇ ਸਾਰੇ ਸਾਕੇ ਦੇ ਬਿਰਤਾਂਤ ਨੂੰ ਆਪਣੇ ਇੱਕ ਚਸ਼ਮਦੀਨ ਗਵਾਹ ਜੋ ਪੇਸ਼ ਕੀਤਾ, ਔਰ ਉਸ ਤੋਂ ਵਧੀਆ ਤਾਂ ਮੇਰੇ ਖਿਆਲ ਕੋਈ ਦੱਸ ਨਹੀਂ ਸਕਦਾ। ਇਸ ਤਰ੍ਹਾਂ ਸਿੰਘਾਂ ਦੀ ਸ਼ਹੀਦੀ ਹੋਈ, ਔਰ ਇਹ ਖੁਦ ਵੀ ਉਸ ਸਾਕੇ ਵਿੱਚ ਸ਼ਾਮਲ ਸਨ, ਅਤੇ ਜਿਨ੍ਹਾਂ ਦੇ ਸਰੀਰ 'ਤੇ 4 ਗੋਲੀਆਂ ਜਿਹੜੀਆਂ ਉਸ ਸਮੇਂ ਦੇ ਹਾਕਮਾਂ ਨੇ ਮਾਰੀਆਂ, ਔਰ ਪਰ ਇਹਨਾਂ ਨੇ ਆਪਣਾ ਸਿੱਖੀ ਅਤੇ ਸਿਦਕ ਜਿਹੜਾ ਉਹ ਤੋਂ ਡੋਲੇ ਨਹੀਂ, ਔਰ ਜਿਹੜੀ ਸਿੱਖੀ ਦੀ ਪਰੰਪਰਾ ਸੀ ਗੁਰੂ ਸਾਹਿਬਾਨ ਨੇ ਆਪਾਂ ਨੂੰ ਬਖਸ਼ੀ, ਉਸ ਪਰੰਪਰਾ 'ਤੇ ਚੱਲ ਕੇ ਇਹਨਾਂ ਨੇ ਉਸ ਸਿਧਾਂਤ ਨੂੰ ਕਾਇਮ ਰੱਖਿਆ। ਮੈਂ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਸਲੂਟ ਕਰਦਾ, ਅਤੇ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਇਹਨਾਂ ਨੂੰ ਵੀ ਸਲੂਟ ਕਰਦਾ, ਕਿਉਂਕਿ ਕਹਿਣੀਆਂ ਗੱਲਾਂ ਕਈ ਵਾਰ ਬੜੀਆਂ ਸੌਖੀਆਂ ਹੁੰਦੀਆਂ ਨੇ। ਮੈਂ ਵੀ ਇੱਕ ਬੜੇ ਵੱਡੇ ਆਪਣੇ 84 ਦੇ ਕਾਂਡ ਵਿੱਚ ਦੀ ਆਪ ਗੁਜ਼ਰਿਆ, ਔਰ ਇਤਿਹਾਸ ਲਿਖਣਾ ਵੀ ਸੌਖਾ ਹੈ ਅਤੇ ਇਤਿਹਾਸ ਬੋਲਣਾ ਵੀ ਸੌਖਾ ਹੈ, ਇਤਿਹਾਸ ਨੂੰ ਬਣਾਉਣਾ ਬੜਾ ਔਖਾ। ਇਹਨਾਂ ਨੇ ਇੱਕ ਇਤਿਹਾਸ ਨੂੰ ਉੱਥੇ ਬਣਾਇਆ, ਔਰ ਉੱਥੇ ਸ਼ਹੀਦੀਆਂ ਦਿੱਤੀਆਂ, ਗੁਰਦੁਆਰਾ ਸਾਹਿਬਾਨ ਨੂੰ ਜਿਹੜਾ ਸੀ ਉਹ ਯਾਦ ਕਰਾਇਆ। ਆਜ਼ਾਦ ਭਾਰਤ ਵਿੱਚ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਜਿਸ ਤਰ੍ਹਾਂ ਇਹਨਾਂ ਦੱਸਿਆ ਕਰਾਇਆ ਗਿਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਮੈਂ ਸਮਝਦਾ ਸਾਡੇ ਆਨਰੀ ਸਕੱਤਰ ਸਾਹਿਬ ਦੇ ਉਦਮ ਨਾਲ ਹੀ ਇਹ ਸਾਰਾ ਕੁਝ ਜਿਹੜਾ ਇੱਥੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਕਰਾਇਆ ਗਿਆ। ਇਹ ਭਾਵੇਂ ਦੇਰ ਆਏ ਦਰੁਸਤ ਆਏ, ਮੈਂ ਸਮਝਦਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀਗਾ। ਚਲੋ ਹੁਣ ਵੀ ਜਿਹੜਾ ਉਪਰਾਲਾ ਕੀਤਾ ਗਿਆ ਚੰਗਾ ਹੈ, ਔਰ ਸਾਨੂੰ ਹਰ ਸਾਲ ਇਸੇ ਹੀ ਦਿਨ ਦੇ ਉੱਤੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ, ਅਤੇ ਇਸ ਮਹਾਨ ਸੰਸਥਾ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ। ਸ਼ਹੀਦਾਂ ਦੇ ਸਾਰੇ ਸਮੁੱਚੇ ਪਰਿਵਾਰਾਂ ਦਾ ਹੀ ਕਰਨਾ ਚਾਹੀਦਾ। ਲੇਕਿਨ ਮੈਂ ਸਮਝਦਾ ਹੈ ਕਿ 84 ਦੇ ਵਿੱਚ ਵੀ ਬਾਅਦ ਵਿੱਚ ਵੀ ਬਾਬਾ ਜੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ, ਜੇ ਮੈਂ ਭੁੱਲਦਾ ਨਾ ਹੋਵਾਂ। ਮੈਂ ਉਦੋਂ ਨਾਭੇ ਜੇਲ੍ਹ 'ਚ ਬੰਦ ਸੀ, ਅਤੇ ਮੇਰੇ ਨਾਲ ਹਰਮਿੰਦਰ ਸਿੰਘ ਗਿੱਲ, ਉਹ ਇਹ ਬਾਬਾ ਜੀ ਨਾਲ ਇਕੱਠੇ ਹੀ ਰਿਮਾਂਡ 'ਤੇ ਗਏ ਸਨ। 84 ਦਾ ਸਾਕੇ ਦੇ ਵਿੱਚ ਵੀ ਇਹ ਸੰਸਥਾ ਦੀ ਬਹੁਤ ਵੱਡੀ ਸੇਵਾ। ਸੋ ਮੈਂ ਸਮਝਦਾ ਹਾਂ ਕਿ ਖਾਲਸਾ ਪੰਥ ਨੇ ਯਾਦ ਕੀਤਾ। ਬਾਬਾ ਜੀ ਦਾ ਮੈਂ ਆਪਣਾ ਬਹੁਤ ਬਹੁਤ ਧੰਨਵਾਦੀ ਹਾਂ, ਸ਼੍ਰੋਮਣੀ ਕਮੇਟੀ ਦਾ ਧੰਨਵਾਦੀ ਹਾਂ, ਔਰ ਸਾਨੂੰ ਹਰ ਸਾਲ ਇਹ ਜਿਹੜਾ ਸ਼ਹੀਦੀ ਸਾਕਾ ਮਨਾਉਣਾ ਚਾਹੀਦਾ, ਅਤੇ ਇਹਦੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਥੋੜ੍ਹਾ ਜਿਹਾ ਚਿਰ ਆਪਣਾ ਇਤਿਹਾਸ ਜਿਹੜਾ ਜੇ ਨਾ ਉਹਨੂੰ ਆਪਾਂ ਪੜ੍ਹੀਏ, ਨਾ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਸਾਹਮਣੇ ਰੱਖੀਏ,
ਤੇ ਕਈ ਵਾਰ ਉਹਨਾਂ ਨੂੰ ਲੱਗਦਾ ਵੀ ਇਹ ਗੱਲਾਂ ਜਿਹੜੀਆਂ ਸਾਰੀਆਂ ਥੋਥੀਆਂ ਨੇ। ਸੋ ਪੁਰਾਣਾ ਇਤਿਹਾਸ ਅਸੀਂ ਪੜ੍ਹਿਆ ਸੀ, ਇਹ ਇਤਿਹਾਸ ਅਸੀਂ ਅੱਖਾਂ ਨਾਲ ਵੇਖ ਲਿਆ। ਆਉਣ ਵਾਲੀ ਸਾਡੀ ਜਨਰੇਸ਼ਨ ਵੇਖੂਗੀ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਸਾਨੂੰ ਆਉਣ ਵਾਲੇ ਟਾਈਮ ਵਿੱਚ ਵੀ ਪ੍ਰੇਰਨਾ ਮਿਲੂਗੀ। ਸੋ ਮੈਂ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।